ਇੰਨੀ ਬੇਇਨਸਾਫੀ ਦੇ ਨਾਲ ਅਸੀਂ ਦੁਨੀਆ ਨੂੰ ਕੀ ਦਿਖਾਉਣਾ ਚਾਹੁੰਦੇ ਆ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਹੈ ਵੈਸੇ ਕਹਿਣ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਵਰਲਡ ਦੀ, ਪਰ ਅਸਲ ਵਿੱਚ ਡੈਮੋਕ੍ਰੇਸੀ ਦੀ ਗਾਰਬ ਦੇ ਵਿੱਚ, ਉਹਦੀ ਆੜ ਦੇ ਵਿੱਚ ਅਸਲ ਜੇ ਕੋਈ ਡਿਕਟੇਟਰਸ਼ਿਪ ਹੋ ਸਕਦੀ ਤਾਂ ਮੈਂ ਇਸ ਨੂੰ ਡਿਕਟੇਟਰਸ਼ਿਪ ਕਰਾਰ ਦੇ ਸਕਦਾ। ਜਿੰਨੀਆਂ ਏਜੰਸੀਆਂ ਨੇ ਤਹਿਕੀਕਾਤ ਕੀਤੀ, ਜਿਹੜੀਆਂ ਪਾਵਰਫੁਲ ਏਜੰਸੀਜ਼ ਆ ਗਵਰਨਮੈਂਟ ਆਫ ਇੰਡੀਆ ਦੀਆਂ, ਚਾਹੇ ਉਹ CBI ਹੈ ਚਾਹੇ ਉਹ ED ਆ, ਉਹਨਾਂ ਨੇ ਸਾਰੇ ਆਪੋਜੀਸ਼ਨ ਦੇ ਉੱਤੇ ਹੀ ਤਹਿਕੀਕਾਤ ਕੀਤੀ। ਮਤਲਬ ਕਿ 7 ਸਾਲਾਂ ਦੇ ਵਿੱਚ BJP ਦੇ ਕਿਸੇ ਆਗੂ ਨੇ ਇੱਕ ਵੀ ਗਲਤ ਕੰਮ ਨਹੀਂ ਕੀਤਾ, ਕਿਸੇ ਨੂੰ ED ਨੇ ਜਾਂਚ ਨਹੀਂ ਕੀਤੀ, ਕਿਸੇ ਦੀ CBI ਜਾਂਚ ਨਹੀਂ ਕੀਤੀ। ਔਰ ਜਿਸ UP ਦੇ ਜਿਹੜਾ ਡਿਪਟੀ ਚੀਫ ਮਿਨਿਸਟਰ ਜਿਹੜਾ ਮੌਰਿਆ, ਜਿਹੜਾ ਕਿਸਾਨਾਂ ਨੂੰ ਝੇਡਾਂ ਕਰਦਾ, ਉਹਨਾਂ ਨੂੰ ਕਹਿੰਦਾ ਸਿਰਫ 2 ਮਿੰਟ ਦਾ ਸਮਾਂ ਮੈਨੂੰ ਚਾਹੀਦਾ, ਮੈਂ ਤੁਹਾਨੂੰ ਬੰਦੇ ਬਣਾ ਦੂੰਗਾ। ਇਹ ਅਫਸੋਸ ਕਿ ਸਾਡੇ ਦੇਸ਼ ਵਿੱਚ ਅੱਜ 21ਵੀਂ ਸਦੀ 'ਚ ਇਨਸਾਨ ਦੀ ਕੀਮਤ ਕੇਵਲ 45 ਲੱਖ ਰੁਪਇਆ ਹੈ। ਦੋਸਤੋ, ਜੋ ਕੁਝ ਪਿਛਲੇ ਦਿਨਾਂ 'ਚ ਲਖੀਮਪੁਰ ਖੇਰੀ ਵਾਪਰਿਆ, ਜਿਸ ਤਰ੍ਹਾਂ ਨਾਲ ਇੱਕ ਜੀਪ ਨੇ ਸ਼ਰੇਆਮ ਜਿਹੜਾ 4 ਵਿਅਕਤੀਆਂ ਦੇ ਉੱਤੋਂ ਦੀ ਉਹ ਜੀਪ ਕੁਚਲਦੀ ਹੋਈ ਲੰਘ ਗਈ ਔਰ ਬਹੁਤ ਸ਼ੋਰ ਮਚਿਆ, ਤੇ ਹੁਣ ਤਾਂ ਉਹ ਵੀਡੀਓ ਬਹੁਤ ਵਾਇਰਲ ਹੋ ਗਈ। ਸਾਰੀ ਦੁਨੀਆ ਨੇ ਦੇਖ ਲਿਆ ਕਿ ਉਹ ਜਿਹੜੀ ਥਾਰ ਜੀਪ ਸੀ, ਜਿਹੜੀ ਕਿ ਅਜੇ ਮਿਸ਼ਰਾ ਜਿਹੜੇ ਮਿਨਿਸਟਰ ਆਫ ਸਟੇਟ ਹੈ, ਜਿਹੜੇ ਹੋਮ ਮਿਨਿਸਟਰ ਨੇ ਇੰਡੀਆ ਦੇ, ਉਹਨਾਂ ਦੇ ਬੇਟੇ ਦੀ ਉਹ ਜੀਪ ਸੀਗੀ, ਤੇ ਉਸਨੇ ਕਿੱਦਾਂ 4 ਆਦਮੀਆਂ ਨੂੰ ਕੁਚਲ ਕੇ ਉਹ ਲੰਘ ਗਈ। ਔਰ ਉਸ ਤੋਂ ਬਾਅਦ ਜਿਹੜਾ ਸ਼ੋਰ ਮਚਿਆ, ਜੋ ਸਾਰੇ ਦੇਸ਼ ਵਿੱਚ ਵਿਵਾਦ ਉੱਠਿਆ, ਜਿਸ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਉਸ ਨੂੰ ਸਾਰੇ ਨੂੰ ਲਖੀਮਪੁਰ ਖੇਰੀ ਨੂੰ ਲੌਕ ਕਰ ਦਿੱਤਾ, ਕਿਸੇ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ। ਉਹ ਕਹਿੰਦੇ ਨੇ ਕਿ ਕੁੱਟਣਾ ਵੀ ਆ, ਮਾਰਨਾ ਵੀ ਆ, ਤੇ ਰੋਣ ਵੀ ਨਹੀਂ ਤੁਹਾਨੂੰ ਦੇਣਾ। ਇਹ ਸਾਡੇ ਦੇਸ਼ ਦੀ ਅੱਜ ਨੀਤੀ। ਪਰ ਇਸ ਤੋਂ ਸਭ ਤੋਂ ਜ਼ਿਆਦਾ ਜਿਹੜੀ ਅਫਸੋਸਨਾਕ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਉਹ 4 ਕਿਸਾਨ ਮਾਰ ਦਿੱਤੇ ਗਏ, ਕੱਲ ਤੁੱਥ-ਮੁੱਥ ਕਰਕੇ ਸਰਕਾਰ ਨੇ ਆਪਣਾ ਪ੍ਰਭਾਵ ਜਮਾ ਕੇ ਔਰ ਸਾਡੇ ਕਿਸਾਨ ਆਗੂਆਂ ਨੂੰ ਵਿੱਚ ਰਲਾ ਕੇ ਉਹਨਾਂ ਨੂੰ 45 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ, ਤੇ ਇੱਕ ਸਰਕਾਰੀ ਨੌਕਰੀ ਦੇ ਦਿੱਤੀ, ਤੇ 10 ਲੱਖ ਰੁਪਇਆ ਜਿਹੜੇ ਜ਼ਖਮੀ ਹੋਏ ਨਾ ਉਹਨਾਂ ਨੂੰ ਦੇ ਕੇ ਗੱਲ ਨੂੰ ਮੁਕਾ ਦਿੱਤਾ ਹੈ। ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ। ਪਿੱਛੇ ਜੇ UP ਦੇ ਵਿੱਚ ਹਾਥਰਸ ਇੱਕ ਵਾਕਿਆਤ ਹੋਇਆ ਸੀ, ਜਿਹਦੇ 'ਚ ਇੱਕ ਗਰੀਬ ਦਲਿਤ ਲੜਕੀ ਦਾ ਪਹਿਲਾਂ ਬਲਾਤਕਾਰ ਕੀਤਾ ਗਿਆ, ਫਿਰ ਉਹਦਾ ਕਤਲ ਕੀਤਾ ਗਿਆ, ਫਿਰ ਉਹਦਾ ਅੱਧੀ ਰਾਤ ਨੂੰ ਸੰਸਕਾਰ ਕਰ ਦਿੱਤਾ ਗਿਆ। ਉਹ 9 ਦਾ ਮਸਲਾ ਹੈ। ਸਾਡੇ ਪੰਜਾਬ ਦੇ ਵਿੱਚ ਬਾਦਲ ਦੇ ਰਾਜ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਮੈਨੂੰ ਹੁਣ ਸਾਲ ਯਾਦ ਨਹੀਂਗਾ, ਸ਼ਾਇਦ 2012, 13, 14 ਇੱਥੇ ਜੇ ਇਹਨਾਂ ਦੀ ਇੱਕ ਵੱਡੀ ਜਿਹੜੀ ਬਾਦਲ ਦੀ ਔਰਬਿਟ ਬੱਸ ਹੈ, ਇਸਨੇ ਇੱਕ ਮੋਗੇ ਦੇ ਲਾਗੇ ਇੱਕ ਦਲਿਤ ਲੜਕੀ ਨਾਲ ਪਹਿਲਾਂ ਉਹਦੇ ਨਾਲ ਮਿਸਬਿਹੇਵ ਕੀਤਾ ਸਟਾਫ ਨੇ, ਫਿਰ ਉਹਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ। ਉਹ ਲੜਕੀ ਮਰ ਗਈ ਸੀਗੀ। ਸਾਰੀ ਦੁਨੀਆ ਉੱਥੇ ਗਈ, ਉਹਨਾਂ ਦੇ ਨਾਲ ਅਫਸੋਸ ਕੀਤਾ ਪ੍ਰਗਟ। ਪਰ ਕਿਉਂਕਿ ਇਹ ਜਿਹੜੇ ਲੋਕ ਨੇ, ਜਿਹੜੇ ਵਿਕਟਿਮਸ ਹੁੰਦੇ ਨੇ, ਇਹਨਾਂ ਦੀ ਐਕਸਪਲੋਇਟੇਸ਼ਨ ਕਰਨਾ ਸਰਕਾਰਾਂ ਜਾਣਦੀਆਂ ਨੇ, ਤੇ ਉਹਨਾਂ ਨੇ ਮੋਗੇ ਵਾਲੀ ਲੜਕੀ ਦਾ ਵੀ ਪਿਓ ਨੂੰ, ਪਿਤਾ ਨੂੰ 20-25 ਲੱਖ ਰੁਪਇਆ ਦੇ ਕੇ ਇੱਕ ਅੱਧੀ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਉਸ ਦਾ ਮੂੰਹ ਬੰਦ ਕਰਾ ਦਿੱਤਾ ਸੀਗਾ। ਹੁਣ ਗੱਲ ਇਹ ਇੱਥੇ ਆਉਂਦੀ ਆ ਕਿ 21ਵੀਂ ਸਦੀ ਦੇ ਵਿੱਚ ਕੀ ਸਾਡੇ ਦੇਸ਼ ਵਿੱਚ ਇੱਕ ਇਨਸਾਨ ਦੀ ਕੀਮਤ ਕੇਵਲ 45 ਲੱਖ ਰੁਪਇਆ ਹੈ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਹੀ ਸ਼ਾਇਦ ਇੱਕ ਜਾਰਜ ਫਲੋਇਡ ਨਾਮੀ ਗੋਰੇ ਅਫਸਰ ਨੇ ਉੱਥੇ ਇੱਕ ਕਾਲੇ ਵਿਅਕਤੀ ਦੇ ਬਲੈਕ ਆਦਮੀ ਦੇ ਉੱਤੇ ਗੋਡਾ ਰੱਖ ਕੇ ਉਸ ਦੀ ਜਾਨ ਕੱਢ ਦਿੱਤੀ ਸੀ, ਉਹਨੂੰ ਮਾਰ ਦਿੱਤਾ ਸੀ। ਇਟ ਵਾਸ ਬ੍ਰੌਡ ਡੇ ਲਾਈਟ ਮਰਡਰ। ਔਰ ਉਹਦੇ 'ਚ ਬਹੁਤ ਸ਼ੋਰ ਮਚਿਆ, ਜਿੱਦਾਂ ਆਪਣੇ ਅੱਜ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ, ਕਿਸਾਨਾਂ ਦੀ ਹੱਤਿਆਵਾਂ ਨੂੰ ਲੈ ਕੇ ਅੱਜ ਸ਼ੋਰ ਮਚ ਰਿਹਾ ਵਾ। ਉਹਦੇ ਵਿੱਚ ਅਮਰੀਕਨ ਗਵਰਨਮੈਂਟ ਨੇ, US ਗਵਰਨਮੈਂਟ ਨੇ ਇਮੀਡੀਏਟ ਟ੍ਰਾਇਲ 6 ਮਹੀਨਿਆਂ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਕਰਾਤੀ। ਉਮਰ ਕੈਦ ਸਾਡੇ ਵਾਲੀ ਨਹੀਂ, 7 ਸਾਲ ਤੇ 14 ਸਾਲ ਵਾਲੀ ਨਹੀਂ, 150-200 ਸਾਲ ਦੀ ਸਜ਼ਾ ਕਰਦੇ। ਜਿਹੜਾ ਬੰਦਾ ਅੰਦਰ ਹੀ ਖਤਮ ਹੋ ਜਾਂਦਾ, ਉਹਨੂੰ ਕੋਈ ਸਕੋਪ ਨਹੀਂਗਾ ਦੁਬਾਰਾ ਜ਼ਿੰਦਗੀ 'ਚ ਬਾਹਰ ਕਿਤੇ ਆ ਸਕੇ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜੋ ਕੁਝ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦਾ ਰਵੱਈਆ BJP ਦੀ ਸਰਕਾਰ ਨੇ ਅਖਤਿਆਰ ਕੀਤਾ, ਉਹ ਬਹੁਤ ਹੀ ਇਨਹਿਊਮਨ ਹੈ। ਪਹਿਲਾਂ ਤਾਂ ਸਾਲ ਤੋਂ ਤਕਰੀਬਨ ਉਹ ਦਿੱਲੀ ਦੇ ਬਾਰਡਰਸ ਦੇ ਉੱਤੇ ਬੈਠੇ ਨੇ, 700 ਦੇ ਕਰੀਬ ਲੋਕ ਮਰ ਚੁੱਕੇ ਨੇ, ਪਰ ਸਾਡੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪਿਆ। ਔਰ ਉੱਥੇ ਟਰੈਕਟਰ ਪਰੇਡ ਵਾਲੇ ਦਿਨ ਇੱਕ ਨਵਰੀਤ ਸਿੰਘ ਨੌਜਵਾਨ ਜਿਹੜਾ ਆਸਟ੍ਰੇਲੀਆ ਤੋਂ ਆਇਆ ਸੀਗਾ, ਰੁਦਰਪੁਰ ਦਾ ਰਹਿਣ ਵਾਲਾ ਸੀਗਾ, ਡਿਬਡਿਬਾ ਪਿੰਡ ਦਾ, ਉਹਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਤੱਕ ਕੋਈ ਇਨਸਾਫ ਨਹੀਂ ਦਿੱਤਾ। ਇੰਨੀ ਬੇਇਨਸਾਫੀ ਦੇ ਨਾਲ ਅਸੀਂ ਦੁਨੀਆ ਨੂੰ ਕੀ ਦਿਖਾਉਣਾ ਚਾਹੁੰਦੇ ਆ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਹੈ ਵੈਸੇ ਕਹਿਣ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਵਰਲਡ ਦੀ, ਪਰ ਅਸਲ ਵਿੱਚ ਡੈਮੋਕ੍ਰੇਸੀ ਦੀ ਗਾਰਬ ਦੇ ਵਿੱਚ, ਉਹਦੀ ਆੜ ਦੇ ਵਿੱਚ ਅਸਲ ਜੇ ਕੋਈ ਡਿਕਟੇਟਰਸ਼ਿਪ ਹੋ ਸਕਦੀ ਤਾਂ ਮੈਂ ਇਸ ਨੂੰ ਡਿਕਟੇਟਰਸ਼ਿਪ ਕਰਾਰ ਦੇ ਸਕਦਾ ਹਾਂ। ਇੱਕ ਆਦਮੀ ਜਾਂ 2 ਆਦਮੀ ਇਸ ਦੇਸ਼ ਦੀ ਭਵਿੱਖ ਦਾ ਫੈਸਲਾ ਕਰ ਰਹੇ ਆ। ਤੁਸੀਂ ਜਿੰਨਾ ਮਰਜ਼ੀ ਸ਼ੋਰ ਮਚਾਈ ਜਾਓ, ਜਿੰਨਾ ਮਰਜ਼ੀ ਹਿਊਮਨ ਰਾਈਟਸ ਦੇ ਗਰੁੱਪਸ ਵਾਲੇ ਰੌਲਾ ਪਾਈ ਜਾਣ, ਪਰ ਸਰਕਾਰ ਟਸ ਤੋਂ ਮਸ ਹੋਣ ਲਈ ਤਿਆਰ ਨਹੀਂ। ਔਰ ਤੁਸੀਂ ਦੇਖਿਆ ਕਿ ਪਿਛਲੇ 7 ਸਾਲ 'ਚ
ਜਿੰਨੀਆਂ ਏਜੰਸੀਆਂ ਨੇ ਤਹਿਕੀਕਾਤ ਕੀਤੀ, ਜਿਹੜੀਆਂ ਪਾਵਰਫੁਲ ਏਜੰਸੀਜ਼ ਆ ਗਵਰਨਮੈਂਟ ਆਫ ਇੰਡੀਆ ਦੀਆਂ, ਚਾਹੇ ਉਹ CBI ਹੈ ਚਾਹੇ ਉਹ ED ਆ, ਉਹਨਾਂ ਨੇ ਸਾਰੇ ਆਪੋਜੀਸ਼ਨ ਦੇ ਉੱਤੇ ਹੀ ਤਹਿਕੀਕਾਤ ਕੀਤੀ। ਮਤਲਬ ਕਿ 7 ਸਾਲਾਂ ਦੇ ਵਿੱਚ BJP ਦੇ ਕਿਸੇ ਆਗੂ ਨੇ ਇੱਕ ਵੀ ਗਲਤ ਕੰਮ ਨਹੀਂ ਕੀਤਾ, ਕਿਸੇ ਨੂੰ ED ਨੇ ਜਾਂਚ ਨਹੀਂ ਕੀਤੀ, ਕਿਸੇ ਦੀ CBI ਜਾਂਚ ਨਹੀਂ ਕੀਤੀ। ਇਹਦੇ ਨਾਲੋਂ ਵੱਡਾ ਦੁਰਉਪਯੋਗ ਕੇਂਦਰ ਦੀਆਂ ਏਜੰਸੀਆਂ ਦਾ ਜਾਂ ਸਟੇਟ ਪਾਵਰ ਦਾ ਇਹਦੇ ਨਾਲੋਂ ਜ਼ਿਆਦਾ ਵੱਡਾ ਅਫਸੋਸ ਨਹੀਂ ਹੋ ਸਕਦਾ। ਪਰ ਜੋ ਕੁਝ ਪਹਿਲਾਂ ਉੱਥੇ ਵਾਪਰਿਆ ਲਖੀਮਪੁਰ ਖੇਰੀ ਵਿੱਚ ਅੱਜ ਤੋਂ 2 ਦਿਨ ਪਹਿਲਾਂ, ਸਾਡੀ ਹਮਦਰਦੀ ਉਹਨਾਂ ਦੇ ਨਾਲ ਵੀ ਆ। ਜਿਹੜੇ ਕੋਈ 4 ਆਦਮੀ ਸਿਵਿਲੀਅਨਸ ਹੋਰ ਵੀ ਮਾਰੇ ਗਏ ਨੇ, ਸਾਡੀ ਹਮਦਰਦੀ ਉਹਨਾਂ ਦੇ ਨਾਲ ਵੀ ਆ। ਪਰ ਕੀ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇਗਾ ਕਦੀ? ਮੈਨੂੰ ਟਿਕੈਟ ਸਾਹਿਬ ਤੇ ਵੀ ਥੋੜਾ ਅਫਸੋਸ ਹੈ ਕਿ ਤੁਸੀਂ ਵਿੱਚ ਬੈਠ ਕੇ ਸਮਝੌਤਾ ਕਰਾ ਦਿੱਤਾ। ਇਹਦੇ ਨਾਲੋਂ ਚੰਗਾ ਸੀਗਾ, ਠੀਕ ਹੈ 45 ਲੱਖ ਰੁਪਇਆ ਹੋ ਸਕਦਾ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਕੀਮਤ ਹੋਵੇ, ਪਰ ਜੇ ਕਿਤੇ ਤੁਸੀਂ ਇਸ ਨੂੰ ਲੌਜੀਕਲ ਕੰਕਲੂਜਨ ਤੱਕ ਲੈ ਕੇ ਜਾਂਦੇ, ਇਸ ਨੂੰ ਇੱਕ ਇਸ਼ੂ ਬਣਾਉਂਦੇ ਕਿ ਤੁਸੀਂ ਜਿਹੜੇ 4 ਬੰਦੇ ਮਾਰੇ ਨੇ ਉਸ ਜੀਪ ਦੇ, ਉਹਨਾਂ ਲੋਕਾਂ ਨੂੰ ਕਤਲ ਵਿੱਚ ਅੰਦਰ ਤੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਐਕਸ਼ਨ ਹੋਣਾ ਚਾਹੀਦਾ। ਪਰਚਾ ਦਰਜ ਕੀਤਾ ਹੈ, ਜਿਹੜਾ ਅਜੇ ਮਿਸ਼ਰੇ ਦੇ ਲੜਕੇ ਦੇ ਉੱਤੇ ਕਤਲ ਦਾ ਪਰਚਾ ਦਰਜ ਕੀਤਾ, ਪਰ ਕਹਿੰਦੇ ਅਸੀਂ ਅਰੈਸਟ 8 ਦਿਨ ਤੋਂ ਬਾਅਦ ਕਰਾਂਗੇ। ਕਿਸੇ ਨੇ ਇੱਥੇ ਅਰੈਸਟ ਨਹੀਂ ਕਰਨਾ, ਤੁਹਾਡੇ ਸਾਹਮਣੇ ਸਾਰੀ ਗੱਲ ਆ ਜਾਏਗੀ। ਔਰ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਲਾਈ ਆ, ਇੱਕ ਰਿਟਾਇਰਡ ਜੱਜ ਦੀ ਇਨਕੁਆਇਰੀ ਲਾਈ ਆ। ਇਹ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਰਿਟਾਇਰਡ ਜੱਜਸ ਨੇ, ਇਹ ਪਲਾਏਬਲ ਜੱਜਸ ਨੇ। ਇਹਨਾਂ ਨੂੰ ਸਰਕਾਰਾਂ ਆਫਟਨ ਪਹਿਲਾਂ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਜਾਂਚ ਦਿੰਦੇ ਨੇ, ਫਿਰ ਇਹਨਾਂ ਨੂੰ ਗੱਡੀਆਂ ਮੋਟਰਾਂ ਕੋਠੀਆਂ ਦਿੰਦੇ ਨੇ ਕਿ ਸਾਡੇ ਮੁਤਾਬਕ ਤੁਸੀਂ ਸਾਰੀ ਜਾਂਚ ਕਰਨੀ ਹੈ। ਔਰ ਇਸ ਜਾਂਚ ਚੋਂ ਵੀ ਕੁਝ ਨਹੀਂ ਨਿਕਲੇਗਾ। ਆਫਟਰ ਆਲ ਆਪਾਂ ਸਭ ਨੇ ਇੱਥੇ ਰਹਿਣਾ ਵਾ। ਔਰ ਜਿਸ ਢੰਗ ਦੇ ਨਾਲ ਹੋਮ ਮਿਨਿਸਟਰ, ਇੱਕ ਦੇਸ਼ ਦਾ ਜਿਹੜਾ ਹੋਮ ਮਿਨਿਸਟਰ ਬੈਠਾ ਦਿੱਲੀ ਦੇ ਵਿੱਚ, ਉਹਦੇ ਮੁੰਡੇ ਨੂੰ ਯੂਪੀ ਦੀ ਸਰਕਾਰ ਕੋਈ ਹੱਥ ਲਾ ਸਕੇਗੀ? ਭਾਵੇਂ ਨਾਮਜ਼ਦ ਕਰਤਾ FIR ਦੇ ਵਿੱਚ। ਅਸੂਲਨ ਤਾਂ ਜੇ ਇਹ ਦੇਸ਼ ਵਾਕਈ ਹੀ ਡੈਮੋਕ੍ਰੈਟਿਕ ਸੀਗਾ ਤੇ ਕੁਝ ਕਦਰਾਂ ਕੀਮਤਾਂ ਦੀ ਵੈਲਿਊਜ਼ ਦੀ ਕਦਰ ਕਰਦਾ ਵਾ, ਸਤਿਕਾਰ ਕਰਦਾ, ਤਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਜਿਹੜਾ ਮਿਨਿਸਟਰ ਆਫ ਸਟੇਟ ਫॉर ਹੋਮ ਸੀਗਾ ਅਜੇ ਮਿਸ਼ਰਾ, ਉਸ ਨੂੰ ਫੌਰੀ ਤੌਰ ਦੇ ਉੱਤੇ ਆਪਣੀ ਕੈਬਨਿਟ ਚੋਂ ਡਿਸਮਿਸ ਕਰ ਦੇਣਾ ਚਾਹੀਦਾ ਸੀਗਾ। ਔਰ ਜਿਸ ਯੂਪੀ ਦੇ ਜਿਹੜਾ ਡਿਪਟੀ ਚੀਫ ਮਿਨਿਸਟਰ ਜਿਹੜਾ ਮੌਰਿਆ, ਜਿਹੜਾ ਕਿਸਾਨਾਂ ਨੂੰ ਝੇਡਾਂ ਕਰਦਾ, ਉਹਨਾਂ ਨੂੰ ਕਹਿੰਦਾ ਸਿਰਫ 2 ਮਿੰਟ ਦਾ ਸਮਾਂ ਮੈਨੂੰ ਚਾਹੀਦਾ, ਮੈਂ ਤੁਹਾਨੂੰ ਬੰਦੇ ਬਣਾ ਦੂੰਗਾ, ਉਹਨੂੰ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਸੀ। ਜਿਹੜਾ ਖੱਟੜ ਹਰਿਆਣੇ ਦਾ ਚੀਫ ਮਿਨਿਸਟਰ, ਜਿਸ ਨੇ ਬਹੁਤ ਭੇੜਾ ਬਿਆਨ ਦਿੱਤਾ, ਔਰ ਇੱਕ ਵਾਰ ਨਹੀਂ ਦਿੱਤਾ, ਲਗਾਤਾਰ ਦੇ ਰਿਹਾ ਵਾ, ਲੋਕਾਂ ਨੂੰ ਚੜਾ ਰਿਹਾ, ਕਦੀ ਕਿਸਾਨਾਂ ਨੂੰ ਪਿਕਨਿਕ ਤੇ ਬੈਠੇ ਕਹਿੰਦਾ, ਕਦੀ ਉਹਨਾਂ ਨੂੰ ਟੈਰਰਿਸਟ ਕਹਿੰਦਾ, ਕਦੀ ਉਹਨਾਂ ਨੂੰ ਨਕਸਲਵਾਦੀ ਕਹਿੰਦਾ। ਇਹਨਾਂ ਲੋਕਾਂ ਦਾ ਕੋਈ ਅਧਿਕਾਰ ਹੈ ਏਡੇ ਉੱਚ ਅਹੁਦਿਆਂ ਤੇ ਬੈਠ ਕੇ ਲੋਕਾਂ ਨੂੰ ਟਿਚਰਾਂ ਕਰਨ ਦਾ? ਔਰ ਇਹਨਾਂ ਨੂੰ ਡਿਸਮਿਸ ਕਰਦੇ, ਫਿਰ ਇਮੀਡੀਏਟਲੀ FIR ਦਰਜ ਕਰਦੇ ਔਰ ਕਲਪ੍ਰਿਟਸ ਨੂੰ ਵਿਦਿਨ 24 ਆਵਰਸ ਅਰੈਸਟ ਕਰਦੇ ਔਰ 6 ਮਹੀਨਿਆਂ ਦੇ ਵਿੱਚ ਉਹਨਾਂ ਦੀ ਟ੍ਰਾਇਲ ਕਰਦੇ ਤੇ ਉਹਨਾਂ ਲੋਕਾਂ ਨੂੰ ਉਮਰ ਕੈਦ ਕਰਦੇ। ਫਿਰ ਇੱਕ ਸੁਨੇਹਾ ਜਾਣਾ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਵਾ ਉਹ ਸਭ ਵਾਸਤੇ ਇੱਕ ਹੈ। ਸਾਡੇ ਨਾਲੋਂ ਤਾਂ ਚੰਗਾ ਦੁਬਈ ਹੈਗਾ, ਤੁਸੀਂ ਜਾ ਕੇ ਦੇਖ ਲਓ ਉਸਨੇ ਕਿੱਦਾਂ ਤਰੱਕੀ ਕੀਤੀ। 30-35 ਸਾਲ ਪਹਿਲਾਂ ਭਾਰਤ ਦੀ ਕਰੰਸੀ ਦੁਬਈ ਨਾਲੋਂ ਦੁੱਗਣੀ ਸੀਗੀ, ਸ਼ਾਇਦ ਤਿਗਣੀ ਹੋਵੇਗੀ। ਅੱਜ ਜਾ ਕੇ ਤੁਸੀਂ ਦੇਖ ਲਓ ਉਹਦੇ ਦਰਾਮ ਦਾ ਤੇ ਸਾਡੇ ਰੁਪਈਏ ਦੀ ਕੀ ਵੈਲਿਊ, ਆਪਾਂ ਕੱਖ ਵੀ ਨਹੀਂ ਉਹਨਾਂ ਦੇ ਸਾਹਮਣੇ। ਕਿਉਂ? ਔਰ ਉੱਥੇ ਕੋਈ ਜਮਹੂਰੀਅਤ ਨਹੀਂ, ਫਰਜ਼ੀ ਜਮਹੂਰੀਅਤ ਨਹੀਂ। ਉੱਥੋਂ ਦੇ ਸ਼ੇਖ ਨੇ ਇਹ ਸਿਰਫ ਮਨ ਬਣਾਇਆ ਕਿ ਮੈਂ ਇੱਥੇ ਲਾਅ ਐਂਡ ਆਰਡਰ ਬਹੁਤ ਸਟ੍ਰਿਕਟ ਰੱਖਣਾ, ਇੱਥੇ ਕਿਸੇ ਨੂੰ ਕਾਨੂੰਨ ਨਹੀਂ ਤੋੜਨ ਦੇਣਾ, ਭਾਵੇਂ ਕੋਈ ਤਾਕਤਵਰ ਆਦਮੀ ਆ ਤੇ ਭਾਵੇਂ ਕੋਈ ਗਰੀਬ ਆਦਮੀ। ਅੱਜ ਦੁਬਈ ਦੁਨੀਆ ਭਰ ਚੋਂ ਅੱਗੇ ਲੰਘ ਚੁੱਕਾ। ਜੇ ਮੈਂ ਗਲਤ ਨਾ ਹੋਵਾਂ ਤਾਂ ਜੇ ਅਗਰ ਆਪਾਂ ਅਮਰੀਕਾ ਨੂੰ ਸਭ ਤੋਂ ਅੱਛਾ ਦੇਸ਼ ਮੰਨਦੇ ਆ ਤਾਂ ਦੁਬਈ ਜਾ ਕੇ ਦੇਖ ਲਓ, ਉਹ ਅਮਰੀਕਾ ਨੂੰ ਮਾਤ ਪਾ ਕੇ ਬੈਠਾ ਇੱਥੇ। ਚਾਹੇ ਉਹ ਇਕਨੋਮੀ ਦੀ ਗੱਲ ਕਰ ਲਓ, ਚਾਹੇ ਟੂਰਿਜ਼ਮ ਦੀ ਗੱਲ ਕਰ ਲਓ, ਚਾਹੇ ਰੋਡ ਇਨਫਰਾਸਟ੍ਰਕਚਰ ਦੀ ਗੱਲ ਕਰ ਲਓ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਹੈਲਥ ਕੇਅਰ ਦੀ ਗੱਲ ਕਰ ਲਓ। ਕਿਉਂ ਹੋਇਆ? ਕਿਉਂਕਿ ਜਦੋਂ ਉਹਨਾਂ ਨੇ ਯਕੀਨ ਦਿਵਾਇਆ ਕਿ ਸਾਡਾ ਦੇਸ਼ ਕੋਈ ਕਾਨੂੰਨ ਕਿਸੇ ਨੂੰ ਤੋੜਨ ਦੀ ਆਗਿਆ ਨਹੀਂ ਦੇਵੇਗਾ, ਸਭ ਮਹਿਫੂਜ਼ ਹੋਣਗੇ, ਔਰਤਾਂ ਰਾਤ 2:30 ਵਜੇ ਤੱਕ ਫਿਰਨ ਸਾਡੀਆਂ ਇਸ ਸਾਡੇ ਦੇਸ਼ ਵਿੱਚ ਮਹਿਫੂਜ਼ ਹੋਣਗੇ, ਸਾਰੀ ਦੁਨੀਆ 'ਚ ਉੱਥੇ ਇਨਵੈਸਟਮੈਂਟ ਆਏ। ਸਾਰੀ ਦੁਨੀਆ ਨੇ ਆਪਣਾ ਪੈਸਾ ਦੁਬਈ ਦੇ ਵਿੱਚ ਲਾਇਆ ਤੇ ਦੁਬਈ ਕਿਤੇ ਅੱਗੇ ਲੰਘ ਗਿਆ। ਕੱਲਾ ਦੁਬਈ ਨਹੀਂ, ਜਾਪਾਨ, ਕੋਰੀਆ ਵਰਗੇ ਦੇਸ਼ ਜਿਨ੍ਹਾਂ ਨੂੰ ਆਪਾਂ ਘੱਟ ਜਾਣਦੇ ਆ ਜਿਹੜੇ ਚਲੋ ਨਾਰਥ ਅਮਰੀਕਾ ਨੂੰ ਤਾਂ ਅਸੀਂ ਮੰਨਦੇ ਆ ਕਿ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਂਦਾ, ਇੱਥੇ ਸਟ੍ਰਿਕਟ ਹੈ ਗਵਰਨਮੈਂਟਸ। ਈਵਨ ਨਿਊਜ਼ੀਲੈਂਡ ਵਰਗੇ ਦੇਸ਼, ਆਸਟ੍ਰੇਲੀਆ ਵਰਗੇ ਦੇਸ਼, ਇਹਨਾਂ ਲੋਕਾਂ ਨੇ ਜਾਂ ਯੂਰਪ ਸਾਰਾ ਤਰੱਕੀ ਤਾਈਓ ਕੀਤੀ ਆ। ਸਭ ਤੋਂ ਪਹਿਲਾਂ ਇਹਨਾਂ ਨੇ ਕਾਨੂੰਨ ਦੀ ਵਿਵਸਥਾ ਇੱਕ ਬਣਾਈ, ਜੱਜ ਵਾਸਤੇ ਵੀ ਉਹੀ ਕਾਨੂੰਨ, ਮੰਤਰੀ ਵਾਸਤੇ ਵੀ ਉਹੀ ਕਾਨੂੰਨ। ਕੋਈ ਲਾਲ ਬੱਤੀ ਵੀ ਤੋੜਦਾ ਉਹਨੂੰ ਫੜ ਕੇ ਉਹਦਾ ਚਲਾਨ ਕਰਦੇ ਨੇ, ਸੰਕੇਤ ਦਿੰਦੇ ਨੇ ਦੂਜਿਆਂ ਨੂੰ ਕਿ ਤੁਸੀਂ ਇੱਥੇ ਕਾਨੂੰਨ ਨਹੀਂ ਤੋੜ ਸਕਦੇ। ਪਰ ਸਾਡੇ ਦੇਸ਼ ਵਿੱਚ ਕਾਨੂੰਨ ਤਾਂ ਤੋੜਨਾ ਚਲੋ ਇੱਕ ਪਾਸੇ ਹੈ। ਜਿਸ ਢੰਗ ਦੇ ਨਾਲ ਉਹ ਥਾਰ ਜੀਪ ਨੇ ਕਰਾਊਡ ਦੇ ਵਿੱਚ ਦੀ ਜਾ ਕੇ 4 ਆਦਮੀਆਂ ਨੂੰ ਬਿਲਕੁਲ ਰੌਂਦ ਦਿੱਤਾ, ਮਾਰ ਦਿੱਤਾ ਤੇ ਰੁਕੇ ਵੀ ਨਹੀਂ। ਇਹ ਵੀ ਨਹੀਂ ਪੁੱਛਿਆ ਕਿ ਅਸੀਂ ਰੁਕ ਕੇ ਮਾੜਾ ਮੋਟਾ ਇਹਨਾਂ ਦੀ ਹਾਲ ਪੁੱਛ ਕੇ ਹਸਪਤਾਲ ਚੱਕ ਕੇ ਲੈ ਜਾਈਏ, ਇੰਜਰਡ ਨੂੰ ਲੈ ਜਾਈਏ। ਇਹਨਾਂ ਤੇ ਤਾਂ ਬਹੁਤ ਵੱਡਾ ਮੁਕੱਦਮਾ ਬਣਾ ਕੇ ਤੁਰੰਤ ਜੇਲ੍ਹਾਂ ਵਿੱਚ ਸੁੱਟਣਾ ਚਾਹੀਦਾ ਸੀਗਾ। ਔਰ ਮੈਂ ਸਮਝਦਾ ਕਿ ਜਿਹੜਾ ਕਿਸਾਨ ਮੋਰਚਾ
ਇਹ ਥੋੜਾ ਇੰਤਜ਼ਾਰ ਕਰਦੇ, ਇਸ ਨੂੰ ਐਜੀਟੇਟ ਕਰਦੇ, ਇਸ ਨੂੰ ਨੇਸ਼ਨ ਵਾਈਡ ਇੱਕ ਸਟਰਗਲ ਬਣਾਉਂਦੇ, ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਨਾਲ ਲੈਂਦੇ, ਸਾਰੇ ਸ਼ੋਰ ਮਚਾਉਂਦੇ, ਇੱਕ ਵਾਰ ਫੈਸਲਾ ਕੁਨ ਲੜਾਈ ਲੜਦੇ। ਇਹ ਫੈਸਲਾ ਕੁਨ ਲੜਾਈ ਕਿਸੇ ਦਿਨ ਆਪਣੇ ਦੇਸ਼ ਵਿੱਚ ਲੜਨੀ ਪੈਣੀ ਆ, ਵਰਨਾ ਇਦਾਂ ਹੀ ਲੋਕੀ ਕੁਚਲੇ ਜਾਣਗੇ, ਇਦਾਂ ਹੀ 25-25 30 ਲੱਖ ਰੁਪਏ ਕੀਮਤਾਂ ਲਾਈਆਂ ਜਾਣਗੀਆਂ, ਇਦਾਂ ਹੀ ਬਲਾਤਕਾਰ ਹੋਣਗੇ ਔਰ ਇਦਾਂ ਹੀ ਬੇਇਨਸਾਫੀ ਦਾ ਰਾਜ ਜਿਹੜਾ ਉਹ ਚੱਲਦਾ ਰਹੇਗਾ। ਮੈਨੂੰ ਤਾਂ ਬਸ ਅੱਜ ਇਹੀ ਦੁੱਖ ਸੀਗਾ। ਮੈਂ ਹਾਲਾਂਕਿ ਮੈਂ ਥੋੜਾ ਬਿਲੇਟਡ ਹਾਂ, ਕੱਲ ਅਸੀਂ ਚੰਡੀਗੜ੍ਹ ਪ੍ਰਦਰਸ਼ਨ ਕਰਨਾ ਸੀ, ਸਾਰਾ ਦਿਨ ਸਾਡਾ ਉੱਥੇ ਲੰਘ ਗਿਆ। ਮੈਨੂੰ ਬਸ ਅਫਸੋਸ ਹੈ ਕਿ ਸਾਡੇ ਭਾਰਤ ਕਿਹੜੇ ਪਾਸੇ ਨੂੰ ਜਾ ਰਿਹਾ। ਭਗਤ ਸਿੰਘ ਉਹਨਾਂ ਨੇ ਜਦੋਂ ਜਾਨ ਦਿੱਤੀ ਹੋਣੀ ਆ, ਫਾਂਸੀ ਤੇ ਚੜੇ ਹੋਣੇ ਆ, ਜਦੋਂ ਡਾਇਰੀਆਂ ਲਿਖਦੇ ਹੋਣੇ ਆ, ਉਹਨਾਂ ਨੇ ਤਾਂ ਸੁਪਨਾ ਹੀ ਕੋਈ ਹੋਰ ਲਿਆ ਸੀਗਾ। ਤੇ ਸਾਡਾ ਦੇਸ਼ 75 ਸਾਲ ਬਾਅਦ ਕਿਹੜੀ ਲਾਈਨ ਦੇ ਉੱਤੇ ਚੱਲਿਆ ਹੋਇਆ ਉਹ ਤੁਸੀਂ ਆਪ ਦੇਖ ਸਕਦੇ ਆ। ਮੈਂ ਜੇ ਦੋ ਸ਼ਬਦ ਕਸ਼ਮੀਰ ਵਾਸਤੇ ਵੀ ਕਹਿਣਾ ਚਾਹੁੰਦਾ। ਕੱਲ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਸਭ ਤੋਂ ਹੈਵੀਲੀ ਮਿਲਟਰਾਈਜ਼ਡ ਜ਼ੋਨ ਹੈ ਕਸ਼ਮੀਰ ਸਾਰੀ ਦੁਨੀਆ ਦਾ, ਸਭ ਤੋਂ ਜ਼ਿਆਦਾ ਫੌਜ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ। ਇਹ ਓਪਨ ਜੇਲ੍ਹ ਕਹਿੰਦੇ ਕਸ਼ਮੀਰ ਬਣੀ, ਓਪਨ ਜੇਲ੍ਹ ਬਣੀ ਹੋਈ ਆ, ਸਾਰਾ ਕੁਝ ਕੱਟ ਦਿੰਦੇ ਨੇ, ਇੰਟਰਨੈਟ ਵਗੈਰਾ ਸਰਵਿਸਿਜ਼, ਜਦੋਂ ਸਰਕਾਰ ਨੇ ਕੋਈ ਗਲਤ ਕੰਮ ਕਰਨਾ। ਇਸ ਨੂੰ ਜਮਹੂਰੀਅਤ ਤਾਂ ਕਦੀ ਕਿਹਾ ਨਹੀਂ ਜਾ ਸਕਦਾ। ਬੜਾ ਅਫਸੋਸ ਹੈ, ਸਾਡੀ ਉਹਨਾਂ ਦੇ ਨਾਲ ਵੀ ਹਮਦਰਦੀ ਆ, ਪਰੰਤੂ ਕੀ ਕਹਿੰਦੇ ਹੁੰਦੇ ਕਿ ਸਭ ਆਪਾਂ ਬੇਬਸ ਆ, ਸਭ ਦੀ ਆਪਣੀ ਆਪਣੀ ਦੌੜ ਲੱਗੀ ਹੋਈ ਆ, ਕੋਈ ਕਿੱਧਰ ਭੱਜਾ ਜਾਂਦਾ, ਕੋਈ ਕਿੱਧਰ ਭੱਜਾ ਜਾਂਦਾ। ਲੇਕਿਨ ਕਿਸੇ ਨੇ ਜਿਹੜਾ ਮੇਜਰ ਇਸ਼ੂਜ਼ ਨੇ ਜਿੱਥੇ, ਉਹਦੇ ਚ ਗਵਰਨਮੈਂਟ ਨੂੰ ਇੱਕ ਵਾਰ ਘੇਰਨ ਦੀ ਲੋੜ ਸੀਗੀ। ਮੈਨੂੰ ਮੇਰੀ ਹਮਦਰਦੀ ਪ੍ਰਿਯੰਕਾ ਗਾਂਧੀ ਜੀ ਨਾਲ ਵੀ, ਉਹਨੂੰ ਅਰੈਸਟ ਕਰ ਲਿਆ ਉੱਥੇ ਜਾ ਕੇ, ਉਹਨੂੰ ਧੱਕੇ ਮਾਰੇ ਨੇ, ਇਸ ਇੱਕ ਔਰਤ ਨੂੰ ਬੰਦਿਆਂ ਨੇ ਧੱਕੇ ਮਾਰੇ ਨੇ। ਇਹਦੇ ਨਾਲੋਂ ਜ਼ਿਆਦਾ ਦੁਖਦਾਈ, ਮਾੜੀ, ਅਫਸੋਸਨਾਕ ਘਟਨਾ ਨਹੀਂ ਹੋ ਸਕਦੀ। ਕੁਛ ਕਿਸੇ ਦਿਨ ਇੱਕ ਫੈਸਲਾ ਕੋਲ ਲੜਾਈ ਜਿਹੜੀ ਆਪਾਂ ਸਭ ਨੂੰ ਲੜਨੀ ਪਵੇ, ਪਰ ਉਹ ਦਿਨ ਕਿੱਦਣ ਹੋਵੇਗਾ, ਕੌਣ ਲੜੇਗਾ, ਇਹ ਆਉਣ ਵਾਲਾ ਸਮਾਂ ਹੀ ਸਾਰਾ ਦੱਸੇਗਾ। ਪਰ ਇੱਕ ਵਾਰ ਫਿਰ ਮੇਰੀ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਆ ਉਹਨਾਂ ਪਰਿਵਾਰਾਂ ਦੇ ਨਾਲ ਜਿਹੜੇ ਮਾਰੇ ਗਏ ਨੇ, ਚਾਹੇ ਕੋਈ ਸੀਗਾ, ਔਰ ਜੋ ਬਹੁਤ ਕਮਦਿਲਾ ਐਕਸ਼ਨ ਸਰਕਾਰ ਦੇ ਰਹੀ, ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਔਰ ਇਨਸਾਫ ਦੀ ਉਮੀਦ ਕਰਦੇ ਹੋਏ ਤੁਹਾਡੇ ਸਾਰਿਆਂ ਤੋਂ ਆਗੇ ਲੈਣਾ। ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।